ਓਮ ਸ਼ਾਂਤੀ। ਅੱਜ 5/8/2023 ਦੀ ਬਾਣੀ ਹੈ। ਬਾਬਾ ਕਹਿੰਦੇ ਨੇ, ਮਿੱਠੇ ਬੱਚੇ ਤੁਸੀਂ ਹੁਣ ਟਿਵਾਟੇ ਤੇ ਖੜੇ ਹੋ, ਮਾਨਾ ਚਰਸਤੇ ਤੇ ਖੜੇ ਹੋ। ਇਸ ਪਾਸੇ ਹੈ ਦੁੱਖ ਧਾਮ, ਦੂਜੇ ਪਾਸੇ ਹੈ ਸ਼ਾਂਤੀ ਧਾਮ ਅਤੇ ਤੀਜੇ ਪਾਸੇ ਹੈ ਸੁਖ ਧਾਮ। ਹੁਣ ਜੱਜ ਕਰੋ ਅਸੀਂ ਕਿੱਧਰ ਜਾਣਾ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਕਿਸ ਨਿਸ਼ਚੈ ਦੇ ਆਧਾਰ ਤੇ ਤੁਸੀਂ ਬੱਚੇ ਸਦਾ ਹਰਸ਼ਿਤ ਰਹਿ ਸਕਦੇ ਹੋ। ਅੱਜ ਬਾਬਾ ਦਾ ਉੱਤਰ ਹੈ, ਸਭ ਤੋਂ ਪਹਿਲੇ ਨਿਸ਼ਚੈ ਚਾਹੀਦਾ ਹੈ ਕਿ ਅਸੀਂ ਕਿਸ ਦੇ ਬਣੇ ਹਾਂ। ਬਾਪ ਦਾ ਬਣਨ ਨਾਲ ਕੋਈ ਵੇਦ ਸ਼ਾਸਤਰ ਆਦਿ ਪੁਸਤਕਾਂ ਪੜ੍ਹਨ ਦੀ ਲੋੜ ਨਹੀਂ ਹੈ। ਦੂਜਾ ਨਿਸ਼ਚੈ ਚਾਹੀਦਾ ਹੈ ਕਿ ਸਾਡਾ ਕੁਝ ਸਭ ਤੋਂ ਸ੍ਰੇਸ਼ਟ ਦੇਵਤਾ ਕੁਲ ਹੈ। ਇਸ ਸਮ੍ਰਿਤੀ ਨਾਲ ਸਾਰਾ ਚੱਕਰ ਯਾਦ ਆ ਜਾਵੇਗਾ। ਬਾਪ ਅਤੇ ਚੱਕਰ ਦੀ ਸਮ੍ਰਿਤੀ ਵਿੱਚ ਰਹਿਣ ਵਾਲੇ ਸਦਾ ਹਰਸ਼ਿਤ ਰਹਿਣਗੇ। ਗੀਤ ਅੱਜ ਦਾ, किसी ने अपना बना के मुझको मुस्कुराना सिखा दिया। ओम शांति। ਤੁਸੀਂ ਬੱਚਿਆਂ ਨੂੰ ਤਾਂ ਪਹਿਲੇ ਖੁਸ਼ੀ ਹੁੰਦੀ ਹੈ, ਅਸੀਂ ਕਿਸ ਦੇ ਬਣੇ ਹਾਂ ਇਵੇਂ ਨਹੀਂ ਕਹਾਂਗੇ, ਇਸ ਗੁਰੂ ਦੇ ਬਣੇ ਹਾਂ। ਬਣਨਾ ਹੁੰਦਾ ਹੈ ਬਾਪ ਦਾ, ਸਰੀਰ ਛੱਡ ਕੇ ਵੀ ਬਾਪ ਦਾ ਬਣਨਾ ਹੁੰਦਾ ਹੈ। ਇੱਥੇ ਵੀ ਬਾਪ ਦਾ ਬਣਨਾ ਹੈ। ਵੇਦ ਸ਼ਾਸਤਰ ਆਦਿ ਕਿਸੇ ਦੀ ਜ਼ਰੂਰਤ ਨਹੀਂ। ਬੱਚਾ ਪੈਦਾ ਹੋਇਆ ਤਾਂ ਬਾਪ ਸਮਝਦੇ ਹੈ ਮੇਰੀ ਮਲਕੀਅਤ ਦਾ ਇਹ ਮਾਲਿਕ ਹੈ। ਸੰਬੰਧ ਦੀ ਗੱਲ ਹੈ। ਤੁਸੀਂ ਬੱਚੇ ਜਾਣਦੇ ਹੋ, ਅਸੀਂ ਅਸਲ ਵਿੱਚ ਪਹਿਲੇ ਵੀ ਪਰਲੌਕਿਕ ਬਾਪ ਸ਼ਿਵ ਬਾਬਾ ਦੇ ਬੱਚੇ ਹਾਂ। ਪਹਿਲੇ ਅਸੀਂ ਆਤਮਾ ਹਾਂ, ਪਿੱਛੇ ਸਾਨੂੰ ਸਰੀਰ ਮਿਲਦਾ ਹੈ। ਤੁਹਾਨੂੰ ਸਰੀਰ ਤੇ ਹੈ। ਹੁਣ ਤੁਹਾਨੂੰ ਬੇਹੱਦ ਦਾ ਬਾਪ ਮਿਲਿਆ ਹੈ। ਉਸਨੇ ਆ ਕੇ ਆਪਣਾ ਪਰਿਚੈ ਦਿੱਤਾ ਹੈ। ਤੁਸੀਂ ਕਹਿੰਦੇ ਹੋ ਬਾਬਾ ਅਸੀਂ ਤੁਹਾਡੇ ਹਾਂ, ਹੋਰ ਕੋਈ ਸੰਬੰਧ ਨਹੀਂ। ਬਾਪ ਦੇ ਬੱਚੇ ਬਣੇ ਹੋ। ਬਾਪ ਕਹਿੰਦੇ ਹੈ ਮੈਂ ਕੋਈ ਗੁਰੂ ਗਸਾਈ ਨਹੀਂ ਹਾਂ। ਬੋਰਡ ਤੇ ਹੀ ਬ੍ਰਹਮਾ ਕੁਮਾਰ ਕੁਮਾਰੀਆਂ ਦਾ ਨਾਮ ਲਿਖਿਆ ਹੋਇਆ ਹੈ ਤਾਂ ਜ਼ਰੂਰ ਬਾਪ ਵੀ ਹੋਵੇਗਾ। ਲਿਖਦੇ ਹੈ ਅਸੀਂ ਬ੍ਰਹਮਾ ਕੁਮਾਰ ਕੁਮਾਰੀਆਂ ਹਾਂ। ਇਹ ਸੰਬੰਧ ਹੋਇਆ ਨਾ, ਮਾਂ ਬਾਪ ਦਾ ਸੰਬੰਧ ਚਾਹੀਦਾ ਹੈ। ਗਾਉਂਦੇ ਵੀ ਹੈ ਤੁਸੀਂ ਮਾਤ ਪਿਤਾ ਅਸੀਂ ਬਾਲਕ ਤੇਰੇ। ਆਤਮਾ ਨੂੰ ਜਿਵੇਂ ਉਹ ਅਵਿਨਾਸ਼ੀ ਯਾਦ ਹੈ। ਅਸੀਂ ਤੁਹਾਡੇ ਜਦੋਂ ਬਾਲਕ ਬਣਾਂਗੇ ਤਾਂ ਅਸੀਂ ਵਰਸਾ ਲਵਾਂਗੇ। ਹੁਣ ਤੁਸੀਂ ਜਾਣਦੇ ਹੋ ਅਸੀਂ ਮਾਤ ਪਿਤਾ ਦੇ ਬਣੇ ਹਾਂ, ਅਸੀਂ ਸ਼ਿਵ ਬਾਬਾ ਦੇ ਬੱਚੇ ਹਾਂ ਤਾਂ ਜ਼ਰੂਰ ਬਾਪ ਅਤੇ ਵਰਸਾ ਯਾਦ ਆਉਂਦਾ ਹੈ। ਤੁਹਾਨੂੰ ਕੋਈ ਪੁਸਤਕ ਆਦਿ ਨਹੀਂ ਪੜ੍ਹਾਈ ਜਾਂਦੀ, ਤੁਹਾਨੂੰ ਸਿਰਫ ਨਿਸ਼ਚੈ ਕਰਾਇਆ ਜਾਂਦਾ ਹੈ। ਬਾਪ ਦੇ ਬੜੇ ਹੋ ਤਾਂ ਹੁਣ ਉਹਨਾਂ ਨੂੰ ਯਾਦ ਕਰੋ। ਬਾਪ ਕਹਿੰਦੇ ਹੈ ਮੈਨੂੰ ਯਾਦ ਕਰਨ ਨਾਲ ਤੁਸੀਂ ਅਜਿਹੇ ਲక్ష్ਮੀ ਨਾਰਾਇਣ ਬਣੋਗੇ। ਕਿੰਨੀ ਸਹਿਜ ਗੱਲ ਹੈ। ਵਿਸ਼ਾਲ ਬੁੱਧੀ ਹੋਣਾ ਚਾਹੀਦਾ ਹੈ ਨਾ, ਹੋਰ ਤਾਂ ਕੁਝ ਨਹੀਂ ਸਮਝਦੇ ਹੈ। ਸਿਰਫ ਆਪਣੇ ਕੁਲ ਦੀ ਗੱਲ ਹੀ ਦੱਸਦੇ ਹੈ ਕਿ ਕਿਵੇਂ ਅਸੀਂ 84 ਦੇ ਚੱਕਰ ਵਿੱਚ ਆਉਂਦੇ ਹਾਂ। ਬਾਕੀ ਵੇਦ ਸ਼ਾਸਤਰ ਪੜ੍ਹਨ ਤੋਂ ਵੀ ਤੁਹਾਨੂੰ ਛੁਡਾਉਂਦਾ ਹਾਂ। ਬਾਪ ਨੂੰ ਹੀ ਯਾਦ ਕਰਦੇ ਰਹਿਣਾ ਹੈ। ਇਹ ਵੀ ਬੁੱਧੀ ਵਿੱਚ ਹੈ ਕਿ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ। ਉਸ ਦੇ ਆਦਿ ਮੱਧ ਅੰਤ ਨੂੰ ਜਾਣ ਨਾਲ ਹੀ ਤੁਸੀਂ ਊਂਚ ਤੋਂ ਊਂਚ ਬਣਦੇ ਹੋ, ਸਵਰਗ ਦੇ ਮਾਲਿਕ ਬਣਦੇ ਹੋ। ਤੁਹਾਨੂੰ ਸਦਾ ਦੇ ਲਈ ਹਰਸ਼ਿਤ ਮੁਖ ਬਣਾਉਂਦਾ ਹਾਂ। ਕਿੰਨੀ ਸਹਿਜ ਗੱਲ ਹੈ, ਪਰੰਤੂ ਫਿਰ ਵੀ ਭੁੱਲ ਜਾਂਦੇ ਹੋ। ਕੀ ਕਾਰਨ ਹੈ? ਮਾਂ ਬਾਪ ਨੂੰ ਕਦੇ ਬੱਚੇ ਭੁੱਲਦੇ ਨਹੀਂ ਹੈ। ਬਾਪ ਅਤੇ ਵਰਸੇ ਨੂੰ ਯਾਦ ਕਰੋ ਤਾਂ ਸਦਾ ਹਰਸ਼ਿਤ ਰਹੋਗੇ। ਜਦੋਂ ਕੋਈ ਦੁੱਖ ਹੁੰਦਾ ਹੈ ਤਾਂ ਬਾਪ ਨੂੰ ਹੀ ਯਾਦ ਕਰਦੇ ਹੈ। ਜ਼ਰੂਰ ਬਾਪ ਨੇ ਸੁੱਖ ਦਿੱਤਾ ਹੈ। ਕੋਈ ਦੁੱਖ ਦਿੰਦਾ ਹੈ ਤਾਂ ਕਹਿੰਦੇ ਹੈ ਹੇ ਭਗਵਾਨ, ਹਾਏ ਬਾਬਾ, ਹਰ ਜਨਮ ਵਿੱਚ ਹਾਏ ਹਾਏ ਕਰਦੇ ਆਏ ਹੋ। ਹੁਣ ਤੁਸੀਂ ਬੱਚਿਆਂ ਨੂੰ ਬਿਲਕੁਲ ਸਹਿਜ ਸਮਝਾਉਂਦੇ ਹੈ। ਭਾਵੇਂ ਤੁਸੀਂ ਤੰਦਰੁਸਤ ਨਾ ਵੀ ਹੋਵੇ, ਕਿੰਨਾ ਵੀ ਬਿਮਾਰ ਹੋਵੇ, ਤਾਂ ਵੀ ਤੁਸੀਂ ਸਰਵਿਸ ਕਰ ਸਕਦੇ ਹੋ। ਜਿਵੇਂ ਬਿਮਾਰੀ ਵਿੱਚ ਮਨੁੱਖ ਨੂੰ ਕਹਿੰਦੇ ਹੈ ਰਾਮ ਰਾਮ ਕਹੋ, ਤੁਸੀਂ ਵੀ ਬਿਮਾਰੀ ਵਿੱਚ ਦੂਸਰਿਆਂ ਨੂੰ ਬੋਲੋ ਸ਼ਿਵ ਬਾਬਾ ਨੂੰ ਯਾਦ ਕਰੋ। ਇਹ ਜ਼ਰੂਰ ਦੂਸਰਿਆਂ ਨੂੰ ਯਾਦ ਕਰਵਾਉਣਾ ਪਏ। ਮਰਨ ਦੀ ਹਾਲਤ ਵਿੱਚ ਵੀ ਤੁਸੀਂ ਇਹ ਨਾ ਦੂਜਿਆਂ ਨੂੰ ਦੇ ਸਕਦੇ ਹੋ। ਪਰਮਾਤਮਾ ਦੇ ਤੁਸੀਂ ਬੱਚੇ ਹੈ, ਉਹਨਾਂ ਨੂੰ ਯਾਦ ਕਰੋ। ਸ਼ਿਵ ਬਾਬਾ ਬੇਹੱਦ ਦਾ ਬਾਪ ਹੈ, ਉਹੀ ਵਰਸਾ ਦੇਣਗੇ।
ਸਰਵਿਸ ਦਾ ਸ਼ੌਂਕ ਹੋਵੇਗਾ ਤਾਂ ਮਰਦੇ ਵਕਤ ਵੀ ਕਿਸੇ ਨੂੰ ਗਿਆਨ ਦੇਣਗੇ। ਇਵੇਂ ਨਹੀਂ ਹਸਪੀਟਲ ਵਿੱਚ ਪਏ ਰਹਿਣ ਅਤੇ ਮੂੰਹ ਬੰਦ ਹੋ ਜਾਵੇ, ਮੂੰਹ ਤੋਂ ਕੁਛ ਨਾ ਕੁਛ ਨਿਕਲਦਾ ਰਹੇ। ਕਿੰਨੀ ਚੰਗੀ ਅਵਸਥਾ ਹੋਣੀ ਚਾਹੀਦੀ ਹੈ। ਬਿਮਾਰੀ ਵਿੱਚ ਵੀ ਬਹੁਤ ਸਰਵਿਸ ਕਰ ਸਕਦੇ ਹੈ। ਮਿੱਤਰ ਸੰਬੰਧੀ ਆਉਣਗੇ, ਉਹਨਾਂ ਨੂੰ ਵੀ ਕਹਿਣਗੇ ਪਰਮਾਤਮਾ ਨੂੰ ਯਾਦ ਕਰੋ, ਉਹ ਹੀ ਸਭ ਦਾ ਰਖਵਾਲਾ ਹੈ। ਇਸ ਲਈ ਸ਼ਿਵ ਬਾਬਾ ਨੂੰ ਯਾਦ ਕਰੋ, ਉਹ ਇੱਕ ਹੈ। ਵਰਸਾ ਵੀ ਸਭ ਨੂੰ ਇੱਕ ਤੋਂ ਮਿਲਦਾ ਹੈ। ਲੌਕਿਕ ਸੰਬੰਧ ਵਿੱਚ ਵਰਸਾ ਮੇਲ ਨੂੰ ਮਿਲਦਾ ਹੈ। ਕੰਨਿਆ ਹੀ ਸੋ ਬ੍ਰਾਹਮਣਾਂ ਤੋਂ ਉੱਤਮ ਹੈ। ਪਵਿੱਤਰ ਨੂੰ ਦਾਨ ਦਿੱਤਾ ਜਾਂਦਾ ਹੈ। ਤੁਸੀਂ ਕੰਨਿਆਵਾਂ ਸਭ ਤੋਂ ਪਵਿੱਤਰ ਹੋ, ਇਸ ਲਈ ਕਹਿੰਦੇ ਹੈ ਇਸ ਕੰਨਿਆ ਨੂੰ ਦਾਨ ਦਿੰਦੇ ਹਾਂ। ਉਹ ਵੱਡਾ ਦਾਨ ਸਮਝਦੇ ਹੈ। ਅਸਲ ਵਿੱਚ ਉਹ ਕੋਈ ਦਾਨ ਹੁੰਦਾ ਨਹੀਂ। ਦਾਨ ਤਾਂ ਤੁਸੀਂ ਹੁਣ ਕਰਦੇ ਹੋ। ਕਹਿੰਦੇ ਹੋ ਅਸੀਂ ਆਪਣੀ ਕੰਨਿਆ ਸ਼ਿਵ ਬਾਬਾ ਨੂੰ ਦਿੰਦੇ ਹਾਂ ਸਵਰਗ ਦੀ ਮਹਾਰਾਣੀ ਬਣਨ ਦੇ ਲਈ। ਲੇਕਿਨ ਕੰਨਿਆ ਵੀ ਅਜਿਹੀ ਚੰਗੀ ਪੜ੍ਹੀ ਲਿਖੀ ਹੋਵੇ, ਆਪਣੇ ਦੈਵੀ ਕੁਲ ਦੀ ਹੋਵੇ, ਜੋ ਸਮਝਾਉਣ ਦੇ ਝੱਟ ਸਮਝ ਜਾਏ। ਸਰਵਿਸ ਵੱਲ ਚਾਹੀਦੇ ਹੈ। ਛੋਟੇ ਬੱਚਿਆਂ ਨੂੰ ਤੇ ਇਹ ਨਹੀਂ ਸੰਭਾਲਣਾ ਹੈ। ਕਿਸੇ ਨੂੰ ਵੀ ਸਮਝਾਉਣਾ ਬਹੁਤ ਸਹਿਜ ਹੈ ਕਿ ਸ਼ਿਵ ਬਾਬਾ ਤੁਹਾਡੇ ਬੇਹੱਦ ਦਾ ਬਾਪ ਹੈ। ਚਿੱਤਰ ਸਾਹਮਣੇ ਹੈ। ਦੇਖੋ ਇਹ ਅਜਿਹਾ ਸਤਯੁਗ ਦਾ ਵਰਸਾ ਪਾ ਰਹੇ ਹੈ। ਇਹਨਾਂ ਲక్ష్ਮੀ ਨਾਰਾਇਣ ਨੂੰ ਵਰਸਾ ਕਿੱਥੋਂ ਮਿਲਿਆ? ਕਿੰਨੀ ਸਹਿਜ ਗੱਲ ਹੈ। ਇਸ ਲਈ ਬਾਬਾ ਵੱਡੇ ਚਿੱਤਰ ਵੀ ਬਣਾ ਰਹੇ ਹੈ। ਹੁਣ ਇਹ ਨਾਟਕ ਪੂਰਾ ਹੁੰਦਾ ਹੈ। ਅਸੀਂ 84 ਜਨਮਾਂ ਦਾ ਪਾਠ ਵਜਾਇਆ, ਹੁਣ ਵਾਪਿਸ ਬਾਬਾ ਦੇ ਕੋਲ ਜਾਂਦੇ ਹਾਂ। ਫਿਰ ਨਈ ਦੁਨੀਆ ਵਿੱਚ ਆਵਾਂਗੇ। ਸਾਡਾ ਬਾਬਾ ਨਈ ਦੁਨੀਆ ਦਾ ਰਚయిਤਾ ਹੈ। ਉਸ ਦਾ ਸਾਨੂੰ ਮਾਲਿਕ ਬਣਾਉਂਦੇ ਹੈ। ਤੁਹਾਨੂੰ ਵੀ ਤੀਸਰਾ ਤਰੀਕਾ ਦੱਸਦੇ ਹੈ ਕਿ ਬੇਹੱਦ ਬਾਪ ਤੋਂ ਸਦਾ ਸੁੱਖ ਦਾ ਵਰਸਾ ਤੁਹਾਨੂੰ ਕਿਵੇਂ ਮਿਲੇਗਾ। ਇੱਕ ਤਾਂ ਸਮਝਾਓ ਮੈਂ ਆਤਮਾ ਹਾਂ, ਮੈਂ ਆਤਮਾ ਖਾਂਦੀ ਹਾਂ, ਮੈਂ ਆਤਮਾ ਚਲਦੀ ਹਾਂ। ਇਹ ਬੜੀ ਵਧੀਆ ਪ੍ਰੈਕਟਿਸ ਚਾਹੀਦੀ ਹੈ। ਦੇ ਅਭਿਮਾਨ ਟੁੱਟ ਜਾਏ। ਦੇ ਅਭਿਮਾਨੀ ਨੂੰ ਲੌਕਿਕ ਸੰਬੰਧ ਯਾਦ ਆਏਗਾ। ਦੇਹੀ ਅਭਿਮਾਨੀ ਨੂੰ ਪਰਲੌਕਿਕ ਬਾਪ ਹੀ ਯਾਦ ਪਏਗਾ। ਉੱਠਦੇ ਬੈਠਦੇ ਚਲਦੇ ਇਹ ਬੁੱਧੀ ਵਿੱਚ ਰੱਖਣਾ ਹੈ, ਮੈਂ ਆਤਮਾ ਹਾਂ। ਬਾਪ ਦੀ ਮੱਤ ਤੇ ਚੱਲਣਾ ਹੈ। ਸ਼ਿਵ ਬਾਬਾ ਮੱਤ ਦੇ ਰਹੇ ਹੈ। ਆਪਣੇ ਨੂੰ ਆਤਮਾ ਸਮਝੋ, ਮਿਹਨਤ ਕਰਨੀ ਹੈ। ਸਵਰਗ ਦੇ ਭਾਂਤੀ ਤਾਂ ਬਣਾਂਗੇ, ਪਰ ਥੋੜੇ ਵਿੱਚ ਖੁਸ਼ ਨਹੀਂ ਹੋ ਜਾਓ। ਭਾਵੇਂ ਸਵਰਗ ਵਿੱਚ ਤਾਂ ਜਾਣਗੇ, ਪਰ ਪੱਕੇ ਮਤੇਲੇ ਬਣੋ। ਮਤੇਲੇ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਬਾਪ ਦਾਦਾ ਨੂੰ ਯਾਦ ਕਰਦੇ ਹੈ। ਦੂਜਾ ਕੋਈ ਯਾਦ ਪੈਂਦਾ ਹੈ ਤਾਂ ਉਹ ਸੌਤੇਲੇ ਹੋ ਜਾਂਦੇ ਹੈ। ਬਹੁਤ ਹੈ ਜਿਨ੍ਹਾਂ ਨੂੰ ਦੋਵੇਂ ਯਾਦ ਆਉਂਦੇ ਰਹਿੰਦੇ ਹੈ। ਇਹ ਬਾਪ ਹੈ ਅਵਿਨਾਸ਼ੀ ਸਵਰਗ ਦਾ ਵਰਸਾ ਦੇਣ ਵਾਲਾ। ਇਹ ਵੀ ਕੁਲ ਹੈ, ਉਹ ਵੀ ਕੁਲ ਹੈ। ਉਹਨਾਂ ਤੋਂ ਦੁੱਖ ਹੀ ਮਿਲਦਾ ਹੈ। ਬਾਕੀ ਅਲਪਕਾਲ ਛਣ ਭੁੰਗਰ ਸੁੱਖ ਦਾ ਵਰਸਾ ਮਿਲਦਾ ਹੈ। ਹੁਣ ਬੁੱਧੀ ਤੋਂ ਜੱਜ ਕਰਨਾ ਹੈ ਅਸੀਂ ਕਿਸ ਵੱਲ ਜਾ ਰਹੇ ਹਾਂ ਅਤੇ ਕਿਸ ਪਾਸੇ ਜਾਈਏ। ਬਾਬਾ ਆਖਦੇ ਨੇ ਲੌਕਿਕ ਸੰਬੰਧ ਤੋਂ ਜਿਉਂਦੇ ਜੀ ਮਰਨਾ ਹੈ। ਪਰ ਲੌਕਿਕ ਬਾਪ ਦਾ ਬਣਨ ਨਾਲ ਸਵਰਗ ਦਾ ਮਾਲਿਕ ਬਣਾਂਗੇ। ਇੱਥੇ ਤੇ ਨਰਕ ਦੇ ਮਾਲਿਕ ਬਣਦੇ ਹੈ। ਹੁਣ ਆਤਮਾ ਕਹਿੰਦੀ ਹੈ ਬੁੱਧੀ ਨੂੰ ਕਿੱਥੇ ਜੋੜੀਏ। ਆਪਣੇ ਸ਼ਾਂਤੀ ਧਾਮ ਸੁਖ ਧਾਮ ਵਿੱਚ ਜਾਈਏ ਜਾਂ ਇੱਥੇ ਜਾਈਏ। ਅਸਲ ਵਿੱਚ ਇੱਥੇ ਜਾਈਏ। ਇਹ ਉੱਠਣਾ ਹੀ ਇਹ ਨਹੀਂ ਚਾਹੁੰਦੇ ਹੈ। ਇੱਥੇ ਤੇ ਜਨਮ ਅੰਤਰ ਰਹੇ ਹਾਂ। ਹੁਣ ਤਾਂ ਅਸੀਂ ਪਰਲੌਕਿਕ ਬਾਪ ਨੂੰ ਛੱਡਾਂਗੇ ਨਹੀਂ। ਇੱਥੇ ਤੁਸੀਂ ਬੱਚੇ ਸਮੁਖ ਬੈਠੇ ਹੋ, ਤੁਹਾਡਾ ਲੌਕਿਕ ਸੰਬੰਧ ਕੋਈ ਹੈ ਨਹੀਂ। ਬੁੱਧੀ ਕਹਿੰਦੀ ਹੈ ਅਸੀਂ ਤਾਂ ਬਾਬਾ ਦੇ ਨਾਲ ਮੁਕਤੀ ਧਾਮ ਸ਼ਾਂਤੀ ਧਾਮ ਜਾਈਏ। ਸਵੇਰੇ ਉੱਠ ਇਵੇਂ ਬੈਠ ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ ਹੈ। ਬੈਠਣ ਨਾਲ ਬੜਾ ਮਜ਼ਾ ਆਏਗਾ। ਹੁਣ ਕਿਸ ਵੱਲ ਜਾਣਾ ਚਾਹੀਦਾ ਹੈ, ਨਰਕ ਵੱਲ ਕਿਵੇਂ ਜਾਈਏ। ਇਹ ਮਾਇਆ ਬੜਾ ਧੋਖਾ ਦਿੰਦੀ ਹੈ। ਹੁਣ ਤਾਂ ਤੁਹਾਡੇ ਕੋਲ ਏਮ ਆਬਜੈਕਟ ਹੈ। ਹੁਣ ਤੁਸੀਂ ਕਿਨਾਰੇ ਤੇ ਹੋ, ਜਾਂਦੇ ਹੋ ਇਸ ਪਾਸੇ ਤਾਂ ਦੁੱਖ ਹੀ ਦੁੱਖ ਹੈ। ਉਸ ਪਾਸੇ 21 ਜਨਮਾਂ ਦਾ ਸੁੱਖ ਹੈ। ਬਾਪ ਕਹਿੰਦੇ ਹੈ ਮੇਰੇ ਨੂੰ ਯਾਦ ਕਰੋ ਕਿਉਂਕਿ ਮੇਰੇ ਕੋਲ ਆਉਣਾ ਹੈ। ਮਾਇਆ ਕਹਿੰਦੀ ਹੈ ਦੁਨੀਆ ਵੱਲ ਜਾਓ। ਕਿੱਥੇ ਜਾਈਏ? ਰਾਸਤਾ ਤਾਂ ਮਿਲਿਆ ਹੈ। ਇੱਕ ਪਾਸੇ ਹੀ ਸਵਰਗ ਵਿੱਚ ਜਾਣ ਦਾ ਰਾਸਤਾ, ਦੂਜੇ ਪਾਸੇ ਹੈ ਨਰਕ ਵਿੱਚ ਜਾਣੇ ਦਾ ਰਾਸਤਾ। ਟਿਵੱਟਾ ਹੁੰਦਾ ਹੈ ਨਾ,
3 ਗਲੀਆਂ ਦੇ ਵਿੱਚ ਟਿਵੱਟਾ ਹੁੰਦਾ ਹੈ। ਹੁਣ ਅਸੀਂ ਕਿਸ ਵੱਲ ਜਾਈਏ? ਇੱਕ ਗਲੀ ਹੈ ਮੁਕਤੀ ਦੀ, ਇੱਕ ਗਲੀ ਹੈ ਜੀਵਨ ਮੁਕਤੀ ਦੀ, ਅਤੇ ਇੱਕ ਹੈ ਨਰਕ ਦੀ। ਜਿਵੇਂ 3 ਨਦੀਆਂ ਦਾ ਸੰਗਮ ਹੈ, ਤਿੰਨੋਂ ਵਾਟਿਕਾਵਾਂ ਹੈ, ਇੱਕ ਵਾਟਿਕਾ ਵਿੱਚ ਅਸੀਂ ਹਾਂ। ਟਿਵੱਟੇ ਦਾ ਮਿਸਾਲ ਵਧੀਆ ਹੈ। ਹੁਣ ਕਿੱਥੇ ਜਾਈਏ? ਨਰਕ ਤੇ ਦਾ ਤੇ ਵਿਨਾਸ਼ ਹੋਣਾ ਹੈ, ਇੱਥੇ ਦੁੱਖ ਬਹੁਤ ਹੈ। ਹੁਣ ਅਸੀਂ ਟਿਵੱਟੇ ਤੇ ਖੜੇ ਹਾਂ, ਪਿੱਛੇ ਤਾਂ ਨਹੀਂ ਹਟਾਂਗੇ। ਦੁੱਖ ਦੀ ਗਲੀ ਤੋਂ ਕੱਢ ਬਾਪ ਦੇ ਟਿਵੱਟੇ ਤੇ ਖੜਾ ਕੀਤਾ ਹੈ। ਦੁੱਖ ਧਾਮ ਦੀ ਗਲੀ ਤੋਂ ਤੁਸੀਂ ਜਨਮ ਜਨਮਾਂਤਰ ਪਾਸ ਕਰ ਆਏ ਹੋ। ਹੁਣ ਬੁੱਧੀ ਕਹਿੰਦੀ ਹੈ ਮੁਕਤੀ ਜੀਵਨ ਮੁਕਤੀ ਵੱਲ ਜਾਈਏ। ਮੁਕਤੀ ਧਾਮ ਵਿੱਚ ਤਾਂ ਸदैव ਦੇ ਬੈਠਣਾ ਨਹੀਂ ਹੈ। ਇਵੇਂ ਨਹੀਂ ਅਸੀਂ ਪਾਠ ਤੋਂ ਛੁੱਟ ਜਾਈਏ, ਆਈਏ ਹੀ ਨਹੀਂ। ਪਾਠ ਤੋਂ ਛੁੱਟਣਾ ਨਹੀਂ ਹੋ ਸਕਦਾ। ਡਰਾਮਾ ਅਨੁਸਾਰ ਜਾਵਾਂਗੇ ਜ਼ਰੂਰ, ਤਾਂ ਫਿਰ ਮੱਛਰਾਂ ਸਦ੍ਰਿਸ਼ ਮਰਨਗੇ। ਇੰਨਾ ਦੁੱਖ ਦੇਖਿਆ ਹੈ ਤਾਂ ਫਿਰ ਇੰਨਾ ਸੁੱਖ ਵੀ ਦੇਖਣਾ ਚਾਹੀਦਾ ਹੈ। ਡਰਾਮੇ ਵਿੱਚ ਬਾਬਾ ਨੇ ਵਜਨ ਠੀਕ ਰੱਖਿਆ ਹੈ। ਜਿਨ੍ਹਾਂ ਦਾ ਪਾਠ ਹੀ ਥੋੜਾ ਹੈ, ਆਏ 1-2 ਜਨਮ ਲੈ ਇਹ ਗਿਆ। ਹੁਣ ਤੁਸੀਂ ਟਿਵੱਟੇ ਤੇ ਖੜੇ ਹੋ। ਹੁਣ ਸ਼ਾਂਤੀ ਧਾਮ ਉਹ ਸੁੱਖ ਧਾਮ। ਜੇਕਰ ਸ਼ਾਂਤੀ ਧਾਮ ਜਾਣਾ ਚਾਹੁੰਦੇ ਹੋ ਤਾਂ ਸ਼ਾਂਤੀ ਧਾਮ ਨੂੰ ਯਾਦ ਕਰਦੇ ਰਹੋ। ਮੁਕਤੀ ਨੂੰ ਤਾਂ ਯਾਦ ਕਰਨਾ ਪਏ ਨਾ। ਪਛਾੜੀ ਵਾਲਿਆਂ ਨੂੰ ਮੁਕਤੀ ਧਾਮ ਵਿੱਚ ਜਾਸਤੀ ਰਹਿਣ ਦੇ ਕਾਰਨ ਮੁਕਤੀ ਧਾਮ ਦੀ ਜਾਸਤੀ ਯਾਦ ਪਵੇਗਾ। ਤੁਹਾਨੂੰ ਜੀਵਨ ਮੁਕਤੀ ਧਾਮ ਯਾਦ ਪੈਂਦਾ ਹੈ। ਸਵਰਗ ਵਿੱਚ ਅਸੀਂ ਜਲਦੀ ਜਾਈਏ। ਉਹ ਚਾਹੁੰਦੇ ਹੈ ਅਸੀਂ ਮੁਕਤੀ ਵਿੱਚ ਰਹੀਏ। ਅੱਛਾ, ਬਾਪ ਨੂੰ ਯਾਦ ਕਰਦੇ ਰਹੋ, ਇਸ ਵਿੱਚ ਵੀ ਕਲਿਆਣ ਹੈ। ਨਿਰਮਾਣ ਧਾਮ ਵਿੱਚ ਰਹਿਣਾ ਚਾਹੁੰਦੇ, ਸੁਖ ਧਾਮ ਨਹੀਂ ਆਉਣਾ ਚਾਹੁੰਦੇ, ਤਾਂ ਇਸ ਨਾਲ ਸਮਝ ਜਾਣਗੇ ਇਹਨਾਂ ਦਾ ਪਾਠ ਨਹੀਂ ਦਿਖਦਾ ਹੈ। ਤੁਸੀਂ ਤਾਂ ਸੁਖ ਧਾਮ ਜਾਣ ਵਾਲੇ ਟਿਵੱਟੇ ਦੇ ਖੜੇ ਹੈ, ਪੁਰਸ਼ਾਰਥ ਕਰਦੇ ਹੈ। ਮਨੁੱਖਾਂ ਨੂੰ ਤੇ ਤੁਹਾਡੇ ਸੱਚਾ ਯੋਗ ਪਸੰਦ ਆਏਗਾ। ਅੱਛਾ, ਬਾਪ ਨੂੰ ਯਾਦ ਕਰਦੇ ਰਹੋ, ਚੱਕਰ ਨੂੰ ਵੀ ਯਾਦ ਕਰਨ ਦੀ ਲੋੜ ਨਹੀਂ। ਇਹ ਗਿਆਨ ਸਭ ਧਰਮਾਂ ਵਾਲਿਆਂ ਦੇ ਲਈ ਹੈ। ਸਮਝਦੇ ਹੈ ਡਰਾਮਾ ਅਨੁਸਾਰ ਜਿਨ੍ਹਾਂ ਨੇ ਜਿੰਨਾ ਲਿਆ ਹੈ ਉਹੀ ਆ ਕੇ ਆਪਣੀ ਪਦਵੀ ਲੈ ਲੈਣਗੇ। ਮੁਕਤੀ ਧਾਮ ਜਾਣਾ ਚਾਹੁੰਦੇ ਹੈ ਤਾਂ ਬਾਪ ਨੂੰ ਯਾਦ ਕਰੋ। ਜੇਕਰ ਚਾਹੋ ਅਸੀਂ ਸदैव ਰਹੀਏ ਤਾਂ ਉੱਥੇ ਸਤਜੁਗ ਵਿੱਚ ਸ਼ਾਂਤੀ ਵੀ ਹੈ, ਸੁੱਖ ਵੀ ਹੈ। ਜੋ ਜਿਸ ਪਾਸੇ ਦਾ ਹੋਵੇਗਾ ਉਸ ਨੂੰ ਉਹ ਵਰਸਾ ਲੈਣਾ ਹੈ। ਸਰਵ ਦਾ ਮੁਕਤੀ ਜੀਵਨ ਮੁਕਤੀ ਦਾਤਾ ਦਾ ਬਾਪ ਹੈ ਨਾ। 1-2 ਜਨਮ ਲੈਣਾ ਹੋਣਗੇ ਤਾਂ ਇਸ ਵਿੱਚ ਸੁੱਖ ਵੀ ਦੇਖਣਗੇ, ਦੁੱਖ ਵੀ ਦੇਖਣਗੇ। ਜਿਵੇਂ ਮੱਛਰਾਂ ਆਏ ਤੇ ਗਏ, ਉਹ ਕੋਈ ਅਮੂਲ ਜੀਵਨ ਨਹੀਂ ਕਹਾਂਗੇ। ਤੁਸੀਂ ਤਾਂ ਸदैव ਹਰਸ਼ਿਤ ਰਹਿਣ ਵਾਲੇ ਹੋ। ਤੁਸੀਂ ਲਾਈਟ ਹਾਊਸ ਤੇ ਖੜੇ ਹੈ। ਦੋਵੇਂ ਰਾਸਤੇ ਦਿਖ ਸਕਦੇ ਹੈ। ਭਾਵੇਂ ਮੁਕਤੀ ਧਾਮ ਚਲੇ, ਭਾਵੇਂ ਜੀਵਨ ਮੁਕਤੀ ਧਾਮ, ਦੋਵਾਂ ਨੂੰ ਯਾਦ ਕਰੋ। ਇਸ ਵਿੱਚ ਸ਼ਾਸਤਰ ਆਦਿ ਪੜ੍ਹਨ ਦੀ ਕੋਈ ਲੋੜ ਨਹੀਂ। ਕੁਮਾਰੀਆਂ ਦੇ ਲਈ ਵੀ ਬਹੁਤ ਸਹਿਜ ਹੈ, ਕਿਉਂਕਿ ਪੌੜੀ ਨਹੀਂ ਚੜੀ ਹੈ। ਛੋਟੇਪਨ ਵਿੱਚ ਪੜ੍ਹਨਾ ਚੰਗਾ ਹੁੰਦਾ ਹੈ, ਕਿਉਂਕਿ ਬੁੱਧੀ ਚੰਗੀ ਹੁੰਦੀ ਹੈ, ਕਿਸੇ ਦੀ ਯਾਦ ਨਹੀਂ ਰਹਿੰਦੀ। ਤੁਸੀਂ ਸਭ ਕੁਮਾਰੀਆਂ ਹੋ, ਤੁਹਾਨੂੰ ਹੋਰ ਕੁਝ ਕਰਨਾ ਨਹੀਂ ਹੈ, ਸਿਰਫ ਪੜ੍ਹਾਈ ਵਿੱਚ ਲੱਗ ਜਾਓ, ਬਸ ਬੇੜਾ ਪਾਰ ਹੈ। ਇਹ ਗੱਲਾਂ ਬੇਹੱਦ ਦਾ ਬਾਪ ਹੀ ਸਮਝਾਉਂਦੇ ਹੈ, ਜੋ ਫਿਰ ਉਹ ਸਾਨੂੰ ਸਵਰਗ ਦਾ ਮਾਲਿਕ ਬਣਾਉਂਦੇ ਹੈ। ਚਿੱਤਰ ਵੀ ਹੈ, ਸਾਨੂੰ ਅਜਿਹੇ ਬਣਨਾ ਹੈ। ਬਾਪ ਕਹਿੰਦੇ ਹੈ ਇਸ ਪੜ੍ਹਾਈ ਨਾਲ ਤੁਸੀਂ ਸੋ ਦੇਵਤਾ ਬਣੋਗੇ। ਹੁਣ ਇਹ ਖੇਲ ਪੂਰਾ ਹੋਣਾ ਹੈ। ਮਨੁੱਖਾਂ ਤਾਂ ਘੋਰ ਹਨੇਰੇ ਵਿੱਚ ਪਏ ਨੇ, ਤੁਸੀਂ ਹੁਣ ਸੋਜਰੇ ਵਿੱਚ ਹੋ। ਬਾਪ ਨੇ ਆ ਕੇ ਨੀਂਦ ਤੋਂ ਜਗਾਇਆ ਹੈ। ਇਹ ਬੁੱਧੀ ਨੂੰ, ਆਤਮਾ ਨੂੰ ਜਗਾਇਆ ਜਾਂਦਾ ਹੈ। ਬਾਪ ਆ ਕੇ ਜਗਾਉਂਦੇ ਹੈ। ਜਾਗੋ, ਸੁਖ ਧਾਮ ਦੇ ਲਈ ਪੁਰਸ਼ਾਰਥ ਕਰੋ। ਜੋ ਤੁਹਾਡੇ ਕੁਲ ਦੇ ਹੋਣਗੇ ਉਹ ਆਉਂਦੇ ਰਹਿਣਗੇ, ਵਾਧੇ ਨੂੰ ਪਾਉਂਦੇ ਰਹਿਣਗੇ। ਤੁਹਾਡੀ ਪ੍ਰਜਾ ਕਿੰਨੀ ਬਣਦੀ ਹੈ, ਤੁਸੀਂ ਹਿਸਾਬ ਲਗਾ ਸਕਦੇ ਹੋ? ਨਹੀਂ। ਕੋਈ ਕਿੰਨਾ ਸੁਣਦੇ ਹੈ, ਕੋਈ ਥੋੜਾ ਸੁਣ ਕੇ ਚਲੇ ਜਾਂਦੇ ਹੈ। ਹਿਸਾਬ ਥੋੜੀ ਨਾ ਕੱਢ ਸਕਦੇ ਹੈ। ਵੱਡੀ ਮਾਲਾ, ਛੋਟੀ ਮਾਲਾ, ਸਾਹੂਕਾਰ, ਪ੍ਰਜਾ ਕਿਵੇਂ ਬਣਦੀ ਹੈ, ਕੌਣ ਬਣਾਉਂਦੇ ਹੈ, ਇਹ ਸਭ ਬੁੱਧੀ ਵਿੱਚ ਹੈ। ਮੁੱਖ ਸੂਰਜਵੰਸ਼ੀ ਮਹਾਰਾਜਾ ਮਹਾਰਾਣੀ ਕੌਣ ਬਣਨਗੇ, ਫਿਰ ਚੰਦਰਵੰਸ਼ੀ ਇਹ ਕਿਵੇਂ ਬਣਨਗੇ, ਕਿੰਨੀ ਪ੍ਰਜਾ ਬਣਨੀ ਹੈ, ਸਭ ਗੱਲਾਂ ਤੁਹਾਨੂੰ ਇੱਥੇ ਦੱਸੀਆਂ ਜਾਂਦੀਆਂ ਹੈ। ਸਾਰੇ ਝਾੜ ਅਤੇ ਸਾਰੇ ਧਰਮਾਂ ਦੇ ਚੱਕਰ ਦੇ ਵਿੱਚੋਂ
ਦੀ ਕਿਵੇਂ ਟਾਲੀਆਂ ਪੱਤੇ ਆਦਿ ਨਿਕਲਦੇ ਹੈ, ਹੁਣ ਵੀ ਪੱਤੇ ਨਿਕਲਦੇ ਰਹਿੰਦੇ ਹੈ, ਉੱਥੇ ਨਿਰਾਕਾਰੀ ਦੁਨੀਆ ਇੱਕਦਮ ਖਾਲੀ ਹੋ ਜਾਵੇਗੀ। ਫਿਰ ਵਿਨਾਸ਼ ਹੋਣਾ ਚਾਹੀਦਾ ਹੈ। ਵੱਡੀ ਲੜਾਈ ਵਿੱਚ ਕਰੋੜਾਂ ਮਰੇ ਹੋਣਗੇ ਅਣਗਿਣਤ, ਇੱਥੇ ਤਾਂ ਕੋਈ ਖਲਾਸ ਹੋਣਗੇ, ਬਾਕੀ ਥੋੜੇ ਸਤਜੁਗ ਵਿੱਚ ਆ ਕੇ ਰਾਜ ਕਰਨਗੇ। ਹੁਣ ਤਾਂ ਕਿੰਨੇ ਮਨੁੱਖ ਹੈ, ਅੰਨ ਹੀ ਇਤਨਾ ਨਹੀਂ। ਤੁਸੀਂ ਬੱਚੇ ਜਾਣਦੇ ਹੋ, ਬਾਬਾ ਆਉਂਦੇ ਹੀ ਹੈ ਸੰਗਮ ਤੇ, ਬਾਪ ਸਮਝਾਉਂਦੇ ਹੈ ਬੱਚੇ ਸਰੀਰ ਨਿਰਵਾਹ ਅਰਥ ਕਰਮ ਤਾਂ ਕਰਨਾ ਹੀ ਹੈ। ਹਰ ਗੱਲ ਵਿੱਚ ਰਾਏ ਪੁੱਛਦੇ ਜਾਓ, ਹਰ ਇੱਕ ਦਾ ਹਿਸਾਬ ਕਿਤਾਬ ਆਪਣਾ ਆਪਣਾ ਹੈ। ਸ਼੍ਰੀਮਤ ਅਵਿਨਾਸ਼ੀ ਸਰਜਨ ਤੋਂ ਲੈਂਦੇ ਜਾਵੋ, ਸਭ ਨੂੰ ਆਪਣੀ ਆਪਣੀ ਦਵਾਈ ਦੱਸਣਗੇ। ਸਮਝਾਇਆ ਜਾਂਦਾ ਹੈ ਇਹ ਦੁਨੀਆ ਖਲਾਸ ਹੋਈ ਪਈ ਹੈ, ਹੁਣ ਬਾਪ ਨੂੰ ਯਾਦ ਕਰੋ ਤਾਂ ਬੇੜਾ ਪਾਰ ਹੋ ਜਾਏਗਾ। ਬਾਪ ਆਏ ਹੀ ਹੈ ਨਰਕ ਤੋਂ ਵਿਨਾਸ਼ ਕਰ ਸਵਰਗ ਦੀ ਸਥਾਪਨਾ ਕਰਨ। ਅਸੀਂ ਤੁਹਾਨੂੰ ਵੀ ਰਾਏ ਦਿੰਦੇ ਹਾਂ, ਸ਼੍ਰੀ ਤੋਂ ਮਿਲੀ ਹੋਈ ਸ਼੍ਰੀਮਤ ਅਸੀਂ ਤੁਹਾਨੂੰ ਵੀ ਦਿੰਦੇ ਹਾਂ। ਬਾਪ ਕਹਿੰਦੇ ਹੈ ਮੈਨੂੰ ਯਾਦ ਕਰੋ ਤਾਂ ਤੁਸੀਂ ਸਵਰਗ ਦੇ ਮਾਲਿਕ ਬਣੋਗੇ। ਅੱਛਾ, ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖਿਆ ਸਾਰ। ਨੰਬਰ 1 ਪਰ ਸਰਵਿਸ ਦਾ ਸ਼ੌਂਕ ਰੱਖਣਾ ਹੈ, ਬਿਮਾਰੀ ਵਿੱਚ ਵੀ ਬਾਪ ਦੀ ਯਾਦ ਵਿੱਚ ਰਹਿਣਾ ਹੈ ਅਤੇ ਦੂਸਰੇ ਨੂੰ ਵੀ ਯਾਦ ਦਿਲਾਣਾ ਹੈ। ਮੁੱਖ ਤੋਂ ਗਿਆਨ ਦਾਨ ਕਰਦੇ ਰਹਿਣਾ ਹੈ। ਨੰਬਰ 2 ਪੱਕਾ ਮਤੀਲੇ ਬਣਨਾ ਹੈ, ਮਤਲਬ ਇੱਕ ਬਾਪ ਦੀ ਯਾਦ ਵਿੱਚ ਹੀ ਰਹਿਣਾ ਹੈ। ਸਵੇਰੇ ਸਵੇਰੇ ਉੱਠ ਵਿਚਾਰ ਸਾਗਰ ਮੰਥਨ ਕਰਨਾ ਹੈ, ਦੂਸਰਾ ਕੋਈ ਵੀ ਯਾਦ ਨਾ ਆਏ। ਵਰਦਾਨ ਹੈ ਅੱਜ ਦਾ, ਆਪਣੀ ਸ਼ੁਭ ਅਤੇ ਸ਼ਕਤੀਸ਼ਾਲੀ ਭਾਵਨਾ ਦੁਆਰਾ ਵਿਸ਼ਵ ਪਰਿਵਰਤਨ ਕਰਨ ਵਾਲੇ ਵਿਸ਼ਵ ਕਲਿਆਣਕਾਰੀ ਭਵ। ਆਪਣੀ ਸ਼ੁਭ ਅਤੇ ਸ਼ਕਤੀਸ਼ਾਲੀ ਭਾਵਨਾ ਦੁਆਰਾ ਵਿਸ਼ਵ ਪਰਿਵਰਤਨ ਕਰਨ ਵਾਲੇ ਵਿਸ਼ਵ ਕਲਿਆਣਕਾਰੀ ਭਵ। ਅੱਜ ਬਾਬਾ ਆਖਦੇ ਨੇ ਤੁਸੀਂ ਬੱਚਿਆਂ ਦੇ ਮਨ ਵਿੱਚ ਸਦਾ ਇਹੀ ਸ਼ੁਭ ਭਾਵਨਾ ਹੈ ਕਿ ਸਰਵ ਦਾ ਕਲਿਆਣ ਹੋਵੇ, ਹਰ ਆਤਮਾ ਅਨੇਕ ਜਨਮ ਸੁਖੀ ਹੋ ਜਾਏ, ਪ੍ਰਾਪਤੀਆਂ ਨਾਲ ਸੰਪੰਨ ਹੋ ਜਾਏ। ਤੁਹਾਡੀ ਇਸ ਸ਼ੁਭ ਅਤੇ ਸ਼ਕਤੀਸ਼ਾਲੀ ਭਾਵਨਾ ਦਾ ਫਲ ਵਿਸ਼ਵ ਦੀਆਂ ਆਤਮਾਵਾਂ ਨੂੰ ਪਰਿਵਰਤਨ ਕਰ ਰਿਹਾ ਹੈ। ਅੱਗੇ ਚੱਲ ਪ੍ਰਕਿਰਤੀ ਸਹਿਤ ਪਰਿਵਰਤਨ ਹੋ ਜਾਏਗਾ, ਕਿਉਂਕਿ ਤੁਸੀਂ ਸੰਗਮ ਯੁਗੀ ਸ੍ਰੇਸ਼ਟ ਆਤਮਾਵਾਂ ਨੂੰ ਡਰਾਮੇ ਅਨੁਸਾਰ ਪ੍ਰਤੱਖ ਫਲ ਪ੍ਰਾਪਤ ਹੋਣ ਦਾ ਵਰਦਾਨ ਹੈ। ਇਸ ਲਈ ਜੋ ਵੀ ਆਤਮਾਵਾਂ ਤੁਹਾਡੇ ਸੰਬੰਧ ਸੰਪਰਕ ਵਿੱਚ ਆਉਂਦੀਆਂ ਹੈ, ਉਹ ਉਸ ਵੇਲੇ ਸ਼ਾਂਤੀ ਅਤੇ ਸਨੇਹ ਦੇ ਫਲ ਦੀ ਅਨੁਭੂਤੀ ਕਰਦੀ ਹੈ। ਸਲੋਗਨ ਅੱਜ ਦਾ, ਤ੍ਰਿਕਲਦਰਸ਼ੀ ਸਥਿਤੀ ਵਿੱਚ ਸਥਿਤ ਰਹਿ ਕੇ ਨਿਰਣੈ ਕਰੋ ਤਾਂ ਹਰ ਕਰਮ ਵਿੱਚ ਸਫਲਤਾ ਪ੍ਰਾਪਤ ਹੋਵੇਗੀ। ਤ੍ਰਿਕਲਦਰਸ਼ੀ ਸਥਿਤੀ ਵਿੱਚ ਸਥਿਤ ਰਹਿ ਕੇ ਨਿਰਣੈ ਕਰੋ ਤਾਂ ਹਰ ਕਰਮ ਵਿੱਚ ਸਫਲਤਾ ਪ੍ਰਾਪਤ ਹੋਵੇਗੀ। ਚੰਗਾ, ਓਮ ਸ਼ਾਂਤੀ।